इस भगती अंदोलन का प्रभाव की पैंदा है, इफैक्ट्स की ने, ਅਸੀਂ ਉਸ ਪ੍ਰਭਾਵ ਨੂੰ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਹਾਲਾਂਕਿ ਇਹ ਭਗਤੀ ਅੰਦੋਲਨ ਨੂੰ ਜਦੋਂ ਅਸੀਂ ਹੁਣ ਬਰੀਕੀ 'ਚ ਦੇਖਦੇ ਹਾਂ ਤਾਂ ਅਸੀਂ ਕੀ ਦੇਖਦੇ ਹਾਂ ਕਿ ਭਗਤੀ ਅੰਦੋਲਨ ਕਿਸੇ ਇੱਕ ਪ੍ਰਾਂਤ, ਇੱਕ ਖੇਤਰ ਤੱਕ ਸੀਮਤ ਨਹੀਂ ਹੈ। ਕੇਰਲਾ 'ਚ ਸ਼ੰਕਰਾਚਾਰਿਆ ਜੀ ਆਉਂਦੇ ਆ, ਰਾਮਾਨੁਜ ਜਿਹੜੇ ਨੇ ਉਹ ਚੇਨਈ ਤੋਂ, ਜਾਣੀ ਮਦਰਾਸ ਪ੍ਰੈਜ਼ੀਡੈਂਸੀ ਜਿਹਨੂੰ ਪਹਿਲਾਂ ਕਿਹਾ ਜਾਂਦਾ ਸੋ ਅੱਜ ਕੱਲ੍ਹ ਤਾਮਿਲਨਾਡੂ ਦਾ ਏਰੀਆ ਕਿਹਾ ਜਾਂਦਾ, ਉਸ 'ਚੋਂ ਆਉਂਦੇ ਨੇ। ਰਾਮਾਨੰਦ ਜਿਹੜੇ ਨੇ ਉਹ ਨੌਰਦਰਨ ਇੰਡੀਆ 'ਚੋਂ ਆਉਂਦੇ ਨੇ। ਚੈਤਨਿਆ ਮਹਾਪ੍ਰਭੂ ਜਿਹੜੇ ਨੇ ਬੰਗਾਲ 'ਚੋਂ ਆਉਂਦੇ ਨੇ। ਜੈਦੇਵ ਬੰਗਾਲ 'ਚੋਂ ਆਉਂਦੇ ਨੇ। ਨਾਮਦੇਵ ਮਹਾਰਾਸ਼ਟਰ 'ਚੋਂ ਆਉਂਦੇ ਨੇ। ਕਬੀਰ ਜਿਹੜੇ ਨੇ, ਰਵਿਦਾਸ ਜਿਹੜੇ ਨੇ ਉਹ ਯੂਪੀ ਬਿਹਾਰ ਤੋਂ ਆਉਂਦੇ ਨੇ। ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਸ ਵੇਲੇ ਦੇ ਵੱਡਾ ਪੰਜਾਬ ਹੈ ਉਸ ਤੋਂ ਆਉਂਦੇ ਨੇ। ਔਰ ਹਾਲਾਂਕਿ ਇਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਲਗਭਗ ਪੂਰੇ ਹਿੰਦੁਸਤਾਨ ਦੀਆਂ ਯਾਤਰਾਵਾਂ ਕੀਤੀਆਂ, ਈਵਨ ਹਿੰਦੁਸਤਾਨ ਤੋਂ ਬਾਹਰ ਵੀ ਕੀਤੀਆਂ, ਜਿੱਦਾਂ ਗੁਰੂ ਨਾਨਕ ਦੇਵ ਜੀ ਬਗਦਾਦ ਤੱਕ ਗਏ ਨੇ। ਤਾਂ ਇਹ ਕਿਸੇ ਭਗਤੀ ਮੂਵਮੈਂਟ ਕਿਸੇ ਜੀਓਗ੍ਰਾਫਿਕਲੀ ਭੂਗੋਲਿਕ ਤੌਰ 'ਤੇ ਇੱਕ ਖੇਤਰ ਨਾਲ ਸੰਬੰਧਿਤ ਨਹੀਂ ਸੀ। ਇਹ ਸਰਵ ਵਿਆਪਕ ਸੀਗੀ, ਬਹੁਤ ਪੂਰੇ ਹਿੰਦੁਸਤਾਨ ਦੇ ਵਿੱਚ ਫੈਲਦੀ ਹੈ। ਅਸੀਂ ਦੇਖਦੇ ਹਾਂ ਰਾਜਸਥਾਨ 'ਚ ਮੀਰਾਬਾਈ ਸਾਨੂੰ ਨਜ਼ਰ ਆਉਂਦੀ ਹੈ। ਔਰ ਉਸੇ ਤਰੀਕੇ ਨਾਲ ਦੇਖਦੇ ਹਾਂ ਕਿ ਜਿਹੜੇ ਇਹਨਾਂ ਦੇ ਵਿਚਾਰ ਵੀ ਨੇ ਉਹ ਵੀ ਬਹੁਤ ਖੁੱਲ੍ਹੇ ਵਿਚਾਰ ਨੇ, ਜਿਹਦੇ ਵਿੱਚ ਕਿਸੇ ਤਰੀਕੇ ਦਾ ਰਿਸਟ੍ਰਿਕਸ਼ਨਸ ਜਾਂ ਪਾਬੰਦੀਆਂ ਨਹੀਂ ਨੇ। ਵੀ ਇਹ ਨਹੀਂ ਹੈ ਕਿ ਈਸ਼ਵਰ ਦੀ ਪ੍ਰਾਪਤੀ ਇਹ ਜਾਤ ਵਾਲਾ ਕਰ ਸਕਦਾ ਅਤੇ ਦੂਜਾ ਨਹੀਂ ਕਰ ਸਕਦਾ। ਇਹ ਰੀਤੀ ਰਿਵਾਜ ਅਪਣਾਓਗੇ ਤਾਂ ਠੀਕ ਹੋਊਗਾ, ਇਹ ਰੀਤੀ ਰਿਵਾਜ ਨਹੀਂ ਅਪਣਾਓਗੇ ਤਾਂ ਠੀਕ ਨਹੀਂ ਹੋਊਗਾ। ਇੱਕੋ ਹੀ ਗੱਲ ਦੇ ਉੱਤੇ ਬੇਸਿਕ ਜ਼ੋਰ ਹੈ ਕਿ ਈਸ਼ਵਰ ਦੀ ਸੱਚੇ ਮਨ ਦੇ ਨਾਲ ਭਗਤੀ ਕਰਨਾ। ਭਗਤੀ ਕਰਨ ਦੇ ਤਰੀਕਿਆਂ ਵਿੱਚ ਫਰਕ ਸਾਨੂੰ ਜ਼ਰੂਰ ਨਜ਼ਰ ਆਉਂਦਾ ਹੈ। ਕੋਈ ਸਗੁਣ ਰੂਪ 'ਚ ਦੇਖਣਾ ਚਾਹੁੰਦਾ ਹੈ, ਕੋਈ ਨਿਰਗੁਣ ਰੂਪ ਦੇ ਵਿੱਚ ਬੇਟਾ ਦੇਖਣਾ ਚਾਹੁੰਦਾ ਹੈ। ਇਹ ਸਾਨੂੰ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਸਾਨੂੰ ਦੇਖਣ ਨੂੰ ਅਲੱਗ-ਅਲੱਗ ਮਿਲਦੀਆਂ ਨੇ। ਤਾਂ ਉਸ ਦ੍ਰਿਸ਼ਟੀਕੋਣ ਤੋਂ ਅਸੀਂ ਦੇਖਣ ਦੀ ਕੋਸ਼ਿਸ਼ ਕਰਨੀ ਹੈ ਕਿ ਜਦੋਂ ਇਹ ਭਗਤੀ ਮੂਵਮੈਂਟ ਪੂਰੇ ਲਗਭਗ ਹਿੰਦੁਸਤਾਨ ਦੇ ਵਿੱਚ ਚੱਲਦੀ ਹੈ ਤਾਂ ਉਹਦੇ ਪ੍ਰਭਾਵ ਕੀ ਪੈਂਦੇ ਨੇ। ਨੰਬਰ 1 ਹੈ ਕਿ ਇਸ ਭਗਤੀ ਮੂਵਮੈਂਟ ਦਾ ਇੱਕ ਵੱਡਾ ਇੰਪੈਕਟ ਇਹ ਹੋਇਆ ਕਿ ਇਸ ਦੇ ਰਾਹੀਂ ਹਿੰਦੂ ਧਰਮ ਮੁਸਲਿਮਸ ਦੇ ਵਿੱਚ ਕਨਵਰਟ ਹੋਣ ਤੋਂ ਬਚਿਆ। ਕਦੋਂ ਬਚਦਾ ਬੰਦਾ? ਜਦੋਂ ਬੰਦੇ ਦੇ ਬਚਣ ਦਾ ਇੱਕ ਬੇਸਿਕ ਰੀਜ਼ਨ ਇਹ ਹੁੰਦਾ ਹੈ ਕਿ ਉਹ ਆਪਣੀਆਂ ਬੁਰਾਈਆਂ ਨੂੰ ਦੂਰ ਕਰ ਲਵੇ। ਅਤੇ ਜਦੋਂ ਇਹ ਵਿਚਾਰਧਾਰਾਵਾਂ ਉੱਠੀਆਂ ਔਰ ਝੂਠੇ ਰੀਤੀ ਰਿਵਾਜ ਪਖੰਡਾਂ ਦਾ ਵਿਰੋਧ ਹੋਇਆ ਤਾਂ ਉਹਦਾ ਪ੍ਰਭਾਵ ਘਟਿਆ। ਝੂਠੇ ਰੀਤੀ ਰਿਵਾਜ ਪਖੰਡਾਂ ਦਾ, ਛੂਤ ਛਾਤ ਦਾ, ਜਾਤ ਪਾਤ ਦਾ, ਲੋਕਾਂ ਨੂੰ ਕੁਝ ਕਟਾਕਸ਼ ਹੋਏ, ਕੁਝ ਸੱਟਾਂ ਵੱਜੀਆਂ, ਕੁਝ ਉਹਨਾਂ ਨੂੰ ਮਹਿਸੂਸ ਹੋਇਆ ਅਤੇ ਉਹ ਆਪਣੇ ਹੀ ਪੁਰਾਣੀ ਵਿਰਾਸਤ ਦੇ ਈਸ਼ਵਰੀਏ ਕਨਸੈਪਟ ਨਾਲ ਜੁੜ ਗਏ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਉੱਤੇ ਜਦੋਂ ਤੁਲਸੀਦਾਸ ਨੇ ਗੱਲ ਕੀਤੀ ਤਾਂ ਤੁਲਸੀਦਾਸ ਨੇ ਗੱਲ ਰਾਮ ਦੀ ਕੀਤੀ। ਜਿਹੜੇ ਅਸੀਂ ਅਗਰ ਸਗੁਣ ਰੂਪ 'ਚ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਲੋਕ ਰਾਮ ਨਾਲ ਜੁੜ ਗਏ। ਜਦੋਂ ਰਾਮ ਨਾਲ ਜੁੜ ਗਏ ਤਾਂ ਉਹ ਵੈਦਿਕ ਉਸ ਜਿਹੜੀ ਸਾਡੀ ਫਿਲੋਸਫੀ ਨਾਲ ਜੁੜ ਗਏ, ਜਾਤ ਪਾਤ ਸਾਈਡ ਦੇ ਉੱਤੇ ਰਹਿ ਗਏ। ਇੱਦਾਂ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਮੀਰਾ ਨੇ ਜਦੋਂ ਕ੍ਰਿਸ਼ਨ ਦੀ ਗੱਲ ਕੀਤੀ ਤਾਂ ਲੋਕ ਮੀਰਾ ਦੇ ਰਾਹੀਂ ਕ੍ਰਿਸ਼ਨ ਨਾਲ ਜੁੜ ਗਏ। ਜਦੋਂ ਕ੍ਰਿਸ਼ਨ ਨਾਲ ਜੁੜ ਗਏ ਤਾਂ ਆਪਣੀ ਪਰੰਪਰਾ ਨਾਲ ਜੁੜ ਗਏ। ਫਿਰ ਦੂਜੇ ਪਾਸੇ ਕਨਵਰਟ ਹੋਣਾ, ਬਦਲਣਾ, ਸ਼ਿਫਟ ਹੋਣਾ, ਉਹਦੀ ਸੰਭਾਵਨਾਵਾਂ ਜਿਹੜੀਆਂ ਸੀਗੀਆਂ ਬੇਟਾ ਉਹ ਘੱਟ ਗਈਆਂ। ਇਹ ਇਹਦਾ ਪ੍ਰਭਾਵ ਪਿਆ। ਦੂਸਰਾ ਅਸੀਂ ਜਦੋਂ ਦੇਖਦੇ ਹਾਂ ਕਿ ਧਾਰਮਿਕ ਸਹਿਣਸ਼ੀਲਤਾ। ਹੁਣ ਇੱਕ ਕਹਿੰਦਾ ਜੀ ਮੈਂ ਤਾਂ ਵਿਸ਼ਨੂੰ ਦਾ ਪੁਜਾਰੀ ਹਾਂ, ਇੱਕ ਕਹਿੰਦਾ ਮੈਂ ਸ਼ਿਵ ਦਾ ਪੁਜਾਰੀ ਹਾਂ, ਅਤੇ ਉਹ ਇੱਕ ਦੂਜੇ ਨੂੰ ਕੁੱਟਦੇ ਥੋੜ੍ਹੀ ਹੈ। ਉਹ ਕਹਿੰਦਾ ਤੂੰ ਵੀ ਕਰੀ ਚੱਲ, ਮੈਂ ਵੀ ਕਰੀ ਚੱਲ। ਇਸੇ ਕਰਕੇ ਬੇਟਾ ਜਿਹੜੀ ਇੰਡੀਅਨ ਫਿਲੋਸਫੀ ਹੈ, ਇਸੇ ਕਰਕੇ ਜਿਹੜਾ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਜਿਹੜੀ ਹਿੰਦੂ ਫਿਲੋਸਫੀ ਹੈ, ਹਿੰਦੂ ਫਿਲੋਸਫੀ ਨੂੰ ਕਈ ਲੋਕ ਸਿਰਫ ਉਸ ਛੋਟੇ ਸ਼ਬਦ ਹਿੰਦੂ ਰਾਹੀਂ ਦੇਖਣ ਦੀ ਕੋਸ਼ਿਸ਼ ਕਰਦੇ ਆ, ਉਹ ਗਲਤ ਹੈ। ਹਿੰਦੂ ਦਾ ਮਤਲਬ ਹੁੰਦਾ ਕਿ ਜਿਹੜਾ ਇਹ ਪੂਰਾ ਸਾਡਾ ਐਂਸ਼ੀਅੰਟ ਇੰਡੀਅਨ ਫਿਲੋਸਫੀ ਹੈ, ਪ੍ਰਾਚੀਨ ਭਾਰਤ ਦੀ ਵਿਚਾਰਧਾਰਾ ਹੈ। ਹੁਣ ਉਸ ਵਿਚਾਰਧਾਰਾ 'ਚ ਧਾਰਮਿਕ ਸਹਿਣਸ਼ੀਲਤਾ ਸਾਡੇ ਘਰਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ। ਤੁਸੀਂ ਪੰਜਾਬ ਦੇ ਵਿੱਚ ਦੇਖੋ, ਖਾਸ ਤੌਰ ਦੇ ਉੱਤੇ ਦੇਖਣ ਨੂੰ ਮਿਲਦੀ ਹੈ। ਕਿੱਦਾਂ? ਮੈਂ ਤੁਹਾਨੂੰ 2 ਐਗਜ਼ਾਮਪਲਾਂ ਲੈ ਕੇ ਬੇਟਾ ਦੱਸਦਾ। ਤੁਸੀਂ ਕਿਸੇ ਹਿੰਦੂ ਪਰਿਵਾਰ ਦੇ ਵਿੱਚ ਚਲੇ ਜਾਓ ਜਿਹੜਾ ਬਹੁਤ ਧਾਰਮਿਕ ਪਰੰਪਰਾਵਾਂ ਨੂੰ ਮੰਨਣ ਵਾਲਾ ਹੋਵੇ, ਚਾਹੇ ਅਸੀਂ ਉਹਨਾਂ ਰੀਤੀ ਰਿਵਾਜਾਂ ਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਅਸੀਂ ਨਹੀਂ ਮੰਨਦੇ, ਲੇਕਿਨ ਮੰਨ ਲਓ ਮੰਨਦਾ ਵੀ ਹੈ, ਤਾਂ ਵੀ ਤੁਸੀਂ ਉਸ ਪਰਿਵਾਰ ਦੇ ਵਿੱਚ ਜਾ ਕੇ ਦੇਖੋ। ਇੱਕ ਬੰਦਾ ਕਹਿੰਦਾ ਜੀ ਮੈਂ ਤਾਂ ਸਵੇਰੇ ਉੱਠ ਕੇ ਜਿਹੜੀ ਔਰਤ ਉਹ ਕਹਿੰਦੀ ਦੁਰਗਾ ਦਾ ਪਾਠ ਕਰਦੀ। ਦੂਜਾ ਕਹਿੰਦਾ ਜੀ ਮੈਂ ਤਾਂ ਮੰਗਲਵਾਰ ਹਨੂਮਾਨ ਦੇ ਮੰਦਿਰ ਜਾਂਦਾ। ਕੋਈ ਕਹਿੰਦਾ ਜੀ ਆਪਾਂ ਤਾਂ ਚਿੰਤਪੁਰਨੀ ਮਾਤਾ ਦੇ ਦਰਸ਼ਨ ਕਰਨ ਜਾਈਦੇ ਆ। ਕੋਈ ਕਹਿੰਦਾ ਜੀ ਮੈਂ ਤਾਂ ਸਿਰਫ ਰਾਮ ਨੂੰ ਮੰਨਦਾ। ਅਲੱਗ-ਅਲੱਗ ਬੰਦੇ ਉਹ ਕਹਿਣਗੇ ਅਸੀਂ ਤਾਂ ਜੀ ਆਹ ਕਰਦੇ ਹਾਂ, ਮੇਰਾ ਮਨ ਤਾਂ ਜੀ ਇੱਥੇ ਲੱਗਦਾ। ਪਰ ਪਰਿਵਾਰ ਦੇ ਵਿੱਚ ਕਦੇ ਇਸ ਗੱਲ ਦਾ ਟਕਰਾਵ ਨਹੀਂ ਹੁੰਦਾ ਵੀ ਤੇਰਾ ਦੇਵਤਾ, ਤੇਰੀ ਦੇਵੀ ਘੱਟ ਕਮਜ਼ੋਰ ਹੈ ਅਤੇ ਮੇਰੀ ਦੇਵੀ ਜ਼ਿਆਦਾ ਸਟਰੋਂਗ। ਔਰ ਜਦੋਂ ਤੁਸੀਂ ਇਹਨਾਂ ਫਿਲੋਸਫੀਜ਼ ਨੂੰ ਗਹਿਰਾਈ ਨਾਲ ਦੇਖਣ ਦੀ ਕੋਸ਼ਿਸ਼ ਕਰੋਗੇ, ਉਹਨਾਂ ਨੂੰ ਚੀਜ਼ਾਂ ਨੂੰ ਪੜ੍ਹੋਗੇ, ਤੁਹਾਨੂੰ ਹੋ ਸਕਦਾ ਹੈ ਕਿ ਤਾਰਕਿਕ ਦ੍ਰਿਸ਼ਟੀ ਤੋਂ ਸ਼ੁਰੂ ਦੇ ਵਿੱਚ ਬੜੀਆਂ ਅਲੱਗ ਲੱਗਣ ਵੀ, ਇਹ ਤਾਂ ਗੱਲ ਸਮਝ ਨਹੀਂ ਆਉਂਦੀ, ਇਹ ਤਾਂ ਗਲਤ ਹੈਗਾ।
ਲੇਕਿਨ ਜਦੋਂ ਤੁਸੀਂ ਉਹਨਾਂ ਦੇ ਐਂਗਲ ਤੋਂ ਦੇਖੋਗੇ ਤਾਂ ਜਿਹੜਾ ਦੁਰਗਾ ਦਾ ਪਾਠ ਕਰ ਰਿਹਾ ਹੈ ਤਾਂ ਦੁਰਗਾ ਦੇ ਪਾਠ ਵਿੱਚੋਂ ਕੀ ਕਰ ਰਿਹਾ ਕਿ ਦੁਰਗਾ ਹੀ ਸਭ ਕੁਝ ਕਰਨ ਵਾਲੀ ਹੈ, ਤੇ ਜਾਨੀ ਉਹਦੀ ਦ੍ਰਿਸ਼ਟੀਕੋਣ 'ਚ ਦੁਰਗਾ ਹੀ ਈਸ਼ਵਰ ਹੈ। ਤੇ ਜਿਹੜਾ ਹਨੂਮਾਨ ਨੂੰ ਦੇਖ ਰਿਹਾ, ਹਨੂਮਾਨ ਨੂੰ ਹੀ ਈਸ਼ਵਰ ਦੇ ਰੂਪ 'ਚ ਦੇਖ ਰਿਹਾ। ਜਿਹੜਾ ਸ਼ਿਵ ਨੂੰ ਦੇਖ ਰਿਹਾ, ਸ਼ਿਵ ਨੂੰ ਹੀ ਈਸ਼ਵਰ ਦੇ ਰੂਪ ਦੇ ਵਿੱਚ ਦੇਖ ਰਿਹਾ। ਹੁਣ ਤੁਸੀਂ ਇਸ ਫਿਲੋਸਫੀ ਤੋਂ ਥੋੜਾ ਜਿਹਾ ਮਾਡਰਨ ਟਾਈਮਸ 'ਚ ਆ ਜਾਓ। ਮੰਨ ਲਓ ਅਸੀਂ ਕਿਸੇ ਦੂਜੇ ਪਰਿਵਾਰ 'ਚ ਚਲੇ ਜਾਂਦੇ ਆ, ਉਹ ਦੂਜੇ ਪਰਿਵਾਰ 'ਚ ਤੁਸੀਂ ਜਾ ਕੇ ਕੀ ਦੇਖੋਗੇ ਕਿ ਕਿਸੇ ਵਿਅਕਤੀ ਨੂੰ ਮਿਲੋ, ਖਾਸ ਤੌਰ 'ਤੇ ਨੌਜਵਾਨ ਨੂੰ, ਉਹਨੂੰ ਤੁਸੀਂ ਪੁੱਛੋ ਵੀ ਤੁਹਾਨੂੰ ਕਿਹੜੀ ਵਿਚਾਰਧਾਰਾ ਪਸੰਦ ਹੈ। ਉਹ ਮੇਰੇ ਵਰਗਾ ਬੰਦਾ ਜਿਹੜਾ ਹੁੰਦਾ ਉਹ ਝੱਟ ਦੇ ਕੇ ਕਹੂਗਾ ਕਿ ਮੈਨੂੰ ਤਾਂ ਗੁਰੂ ਗੋਬਿੰਦ ਸਿੰਘ ਬੜੇ ਪਸੰਦ ਹੈ। ਉਹ ਕਹੂਗਾ ਵੀ ਕਿਉਂ ਪਸੰਦ ਹੈ? ਉਹ ਕੁਛ ਉਹਨਾਂ ਦੇ ਜਿਹੜੇ ਸ਼ਬਦ ਨੇ ਉਹ ਬੋਲੇਗਾ। ਜਿਵੇਂ ਮੰਨ ਲਓ ਜੇ ਕੋਈ ਮੈਨੂੰ ਪੁੱਛੇ ਤਾਂ ਮੈਂ ਕੀ ਬੋਲੂੰਗਾ, ਦੇ ਸ਼ਿਵਾ ਵਰ ਮੋਏ ਸ਼ੁਭ ਕਰਮਣ ਤੇ ਕਬੂ ਨਾ ਟਰੂ ਅਰੇ ਸੋ ਸਭ ਜਾਏ ਲੜੂ ਨਿਸ਼ਚੈ ਕਰ ਆਪਣੀ ਜੀਤ ਕਰੂ। ਵੀ ਮੈਨੂੰ ਤਾਂ ਤਾਕਤ ਵਾਲੀਆਂ ਗੱਲਾਂ ਪਸੰਦ। ਤੇ ਘਰ ਦੇ ਵਿੱਚ ਪਿਤਾ ਨੂੰ ਪੁੱਛੋਗੇ, ਉਹ ਰੋਜ਼ ਜਪਜੀ ਸਾਹਿਬ ਦਾ ਨਿਤਨੇਮ ਦਾ ਪਾਠ ਕਰਦਾ। ਤੇ ਉਹਨਾਂ ਨੂੰ ਪੁੱਛੋ ਵੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਇਹ ਕਿੱਦਾਂ? ਉਹ ਕਹਿਣਗੇ ਨਹੀਂ ਜੀ ਇੱਕੋ ਹੀ ਹੈ। ਇਹ ਦਸੇ ਗੁਰੂ ਇੱਕੋ ਹੀ ਰੂਪ ਨੇ। ਸਾਨੂੰ ਦੇਖਣ ਨੂੰ ਲੱਗ ਲੱਗਦੇ ਆ ਵੀ ਕਿਸੇ ਨੇ ਮੀਰੀ ਪੀਰੀ ਅਪਣਾਈ। ਉਹ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ। ਉਹ ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਝੋ ਤਾਂ ਉਹਦੇ 'ਚ ਮੀਰੀ ਪੀਰੀ ਨਜ਼ਰ ਆਊਗੀ। ਉਹ ਕਹਿੰਦੇ ਫਰਕ ਨਹੀਂ ਹੈ, ਲੇਕਿਨ ਦਿਨਚਰਿਆ 'ਚ ਫਰਕ ਹੈਗਾ। ਕੋਈ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਕੋਈ ਕਿਸੇ ਹੋਰ ਢੰਗ ਦੇ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ, ਕੋਈ ਗੁਰਦੁਆਰੇ ਜਾ ਕੇ ਮੱਥਾ ਟੇਕਣਾ ਜ਼ਰੂਰੀ ਸਮਝਦਾ ਹੈ, ਕੋਈ ਈਵਨ ਕਿਸੇ ਹੋਰ ਧਾਰਮਿਕ ਸਥਾਨ ਦੇ ਉੱਤੇ ਜਾਣਾ ਵੀ ਜ਼ਰੂਰੀ ਸਮਝਦਾ ਹੈ। ਲੇਕਿਨ ਅੰਦਰੋਂ ਇਹ ਸਮਝ ਰਿਹਾ ਹੈ ਕਿ ਸਾਰੇ ਦੇ ਸਾਰਿਆਂ ਦਾ ਸਵਰੂਪ ਇੱਕ ਹੀ ਹੈ, ਈਸ਼ਵਰ ਇੱਕ ਹੀ ਹੈ। ਔਰ ਇਸ ਕਰਕੇ ਆਪਸ ਦੇ ਵਿੱਚੋਂ ਕਦੇ ਲੜਦੇ ਨਹੀਂ ਕਿ ਤੂੰ ਗਲਤ ਹੈ ਤੇ ਇਹ ਠੀਕ ਹੈ। ਔਰ ਕਿਉਂਕਿ ਗੁਰਬਾਣੀ ਨੂੰ ਅਖੀਰ 'ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਗ੍ਰਹਿਤ ਕਰ ਲਿਆ ਗਿਆ, ਇਸ ਕਰਕੇ ਸਾਰੀ ਗੱਲ ਹੀ ਉਹ ਕੰਪਲੀਟ ਹੋ ਗਈ ਵੀ ਗੁਰੂ ਮਾਨਿਓ ਗ੍ਰੰਥ। ਇਸ ਕਰਕੇ ਉਹ ਡਿਸਪਿਊਟ ਨਹੀਂ। ਪਰ ਜਦੋਂ ਤੁਸੀਂ ਉਹਨਾਂ ਦੀ ਦਿਨਚਰਿਆ ਦੇਖੋਗੇ ਤਾਂ ਦਿਨਚਰਿਆ 'ਚ ਫਰਕ ਆਊਗਾ। ਪਰ ਉਹ ਸਮਝਦੇ ਆ ਵੀ ਜੋ ਇਹ ਕਰ ਰਿਹਾ ਪਿਤਾ ਮੇਰਾ ਕਰ ਰਿਹਾ ਉਹ ਵੀ ਠੀਕ ਹੈ, ਜੋ ਮੈਂ ਕਰ ਰਿਹਾ ਪਿਤਾ ਨੂੰ ਪਤਾ ਵੀ ਉਹ ਵੀ ਠੀਕ ਹੈ। ਕਿਉਂਕਿ ਸਵਾਲ ਕੀ ਹੈ? ਸੱਚੇ ਮਨ ਨਾਲ ਆਪਣਾ ਕਰਮ ਕਰਨਾ ਔਰ ਸੱਚੇ ਮਨ ਨਾਲ ਈਸ਼ਵਰ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ। ਇਹ ਜਦੋਂ ਅਸੀਂ ਇਹ ਸਿੱਖ ਲਈ ਘਰ 'ਚ ਤਾਂ ਸਾਡੇ 'ਚ ਸਹਿਣਸ਼ੀਲਤਾ ਆ ਗਈ। ਫਿਰ ਅਸੀਂ ਇਹ ਨਹੀਂ ਕਹਿੰਦੇ ਕਿ ਮੇਰਾ ਹੀ ਤਰੀਕਾ ਠੀਕ ਹੈ ਬਾਕੀ ਸਾਰੇ ਹੀ ਗਲਤ ਨੇ, ਜੋ ਮੈਨੂੰ ਸਮਝਾਇਆ ਗਿਆ ਉਹੀ ਠੀਕ ਹੈ ਬਾਕੀ ਸਾਰੇ ਹੀ ਗਲਤ ਨੇ। ਅਸੀਂ ਇਹ ਗੱਲ ਨਹੀਂ ਕਹਿੰਦੇ। ਇਹ ਸਹਿਣਸ਼ੀਲਤਾ ਆ ਗਈ। ਤੀਸਰਾ ਬੇਟਾ ਬ੍ਰਾਹਮਣਾਂ ਦਾ ਪ੍ਰਭਾਵ ਘਟਿਆ, ਕਿਉਂਕਿ ਜਦੋਂ ਰੀਤੀ ਰਿਵਾਜ ਝੂਠੇ ਪਖੰਡ ਉਹਨਾਂ ਦਾ ਵਿਰੋਧ ਹੋਏਗਾ ਤਾਂ ਪ੍ਰਭਾਵ ਜਿਹੜਾ ਬ੍ਰਾਹਮਣਾਂ ਦਾ ਬੇਟਾ ਉਹਦੇ ਮਤਲਬ ਇੱਕ ਗੱਲ ਨੂੰ ਸਮਝਣਾ ਹੈ, ਬ੍ਰਾਹਮਣ ਜਾਤੀ ਨਹੀਂ ਹੈ। ਬ੍ਰਾਹਮਣ ਦਾ ਮਤਲਬ ਉਰੇ ਪੁਰੋਹਿਤਵਾਦ ਹੈ। ਪੁਰੋਹਿਤ ਦਾ ਮਤਲਬ ਹੁੰਦਾ ਜਿਹੜੇ ਧਾਰਮਿਕ ਰਸਮੋਂ ਰਿਵਾਜਾਂ ਕਰਦੇ ਨੇ। ਹੁਣ ਮੰਨ ਲਓ ਇੱਕ ਬ੍ਰਾਹਮਣ ਆਪਣਾ ਬਿਜ਼ਨਸ ਕਰਦਾ, ਉਹਦਾ ਕੀ ਪ੍ਰਭਾਵ ਹੈ? ਨਾ ਉਹਦਾ ਪ੍ਰਭਾਵ ਪਹਿਲਾਂ ਸੀ ਨਾ ਹੁਣ ਹੈ। ਉਹ ਤਾਂ ਆਪਣਾ ਬਿਜ਼ਨਸ ਕਰਦਾ, ਆਪਣੀ ਰੋਜੀ ਰੋਟੀ ਕਮਾਉਂਦਾ, ਉਹਨੇ ਤਾਂ ਆਪਣਾ ਉਸੇ ਢੰਗ ਨਾਲ ਜੀਵਨ ਬਤੀਤ ਕਰਨਾ। ਲੇਕਿਨ ਬ੍ਰਾਹਮਣ ਦਾ ਉਹਦੇ ਮਤਲਬ ਕੀ ਹੈ? ਜਿਹੜੇ ਬ੍ਰਾਹਮਣ ਲੋਕਾਂ ਦੇ ਧਾਰਮਿਕ ਜੀਵਨ ਦੇ ਉੱਤੇ ਪ੍ਰਭਾਵ ਪਾਉਂਦੇ ਸਨ। ਪੁਰੋਹਿਤਵਾਦ ਖਾਸ ਤੌਰ ਦੇ ਉੱਤੇ ਲੋਕਾਂ ਨੂੰ ਸਹੀ ਮਾਰਗ ਦਿਖਾਉਣਾ। ਔਰ ਇਹਦੇ ਨਾਲ ਬੇਟਾ ਇੱਕ ਹੋਰ ਚੀਜ਼ ਜਿਹਨੂੰ ਨੁਕਸਾਨ ਹੋਇਆ, ਜਿਹਦਾ ਤੁਸੀਂ ਕਹਿ ਲਓ ਉਸ ਤੋਂ ਬਾਅਦ ਪਤਨ ਹੋ ਗਿਆ, ਉਹ ਹੈ ਬੇਟਾ ਬੁੱਧ ਧਰਮ। ਲੋਕ ਹੁਣ ਬੁੱਧ ਧਰਮ ਦੀ ਬਜਾਏ ਆਪਣੀਆਂ ਵਿਚਾਰਧਾਰਾਵਾਂ ਦੇ ਵਿੱਚ ਜੁੜ ਗਏ ਔਰ ਉਹਨਾਂ ਦੇ ਰਾਹੀਂ ਉਹਨਾਂ ਨੂੰ ਅਪਣਾਉਣ ਲੱਗ ਗਏ। ਇਸ ਕਰਕੇ ਅਸੀਂ 11ਵੀਂ 12ਵੀਂ ਸਦੀ ਤੋਂ ਬਾਅਦ ਬੁੱਧ ਧਰਮ ਦਾ ਵਿਕਾਸ ਭਾਰਤ ਵਿੱਚ ਨਹੀਂ ਦੇਖਦੇ। ਇਸੇ ਕਰਕੇ ਤੁਹਾਨੂੰ ਪੰਜਾਬ ਦੇ ਵਿੱਚ ਵੀ ਬੁੱਧ ਧਰਮ ਨਜ਼ਰ ਨਹੀਂ ਆਉਂਦਾ, ਬਹੁਤ ਥੋੜ੍ਹਾ ਨਜ਼ਰ ਆਏਗਾ ਅਗਰ ਆਏਗਾ। ਔਰ ਇਸੇ ਢੰਗ ਨਾਲ ਅਸੀਂ ਦੇਖੀਏ ਤਾਂ ਜਾਤ ਪਾਤ ਘਟੀ, ਕਿਉਂਕਿ ਲੋਕਾਂ ਦਾ ਭੇਦਭਾਵ ਇਹਦੇ ਵਿੱਚ ਘਟਿਆ। ਇਹ ਨਹੀਂ ਵੀ ਖਤਮ ਹੋਈ ਲੇਕਿਨ ਘਟੀ। ਸਮਾਜਿਕ ਸੇਵਾ 'ਤੇ ਜ਼ੋਰ ਆਇਆ, ਕਿਉਂਕਿ ਜਦੋਂ ਗੁਰਬਾਣੀ 'ਚ ਅਸੀਂ ਦੇਖਦੇ ਹਾਂ, ਗੁਰੂ ਨਾਨਕ ਜੀ ਨੂੰ ਦੇਖਦੇ ਹਾਂ ਤਾਂ ਲੰਗਰ ਦੀ ਪ੍ਰਥਾ ਸਟਾਰਟ ਹੋਈ, ਦਸਵੰਧ ਦੀ ਪ੍ਰਥਾ ਸਟਾਰਟ ਹੋਈ। ਤੇ ਉਹ ਦਸਵੰਧ ਕਿਹਦੀ ਭਲਾਈ ਲਈ ਖਰਚ ਹੋਣਾ ਹੈ? ਲੋਕਾਂ ਦੀ ਭਲਾਈ ਲਈ ਖਰਚ ਹੋਣਾ ਹੈ। ਹਿੰਦੂ ਮੁਸਲਮਾਨਾਂ 'ਚ ਏਕਤਾ ਸਥਾਪਿਤ ਹੋਈ। ਔਰਤਾਂ ਨਾਲ ਸੰਬੰਧਿਤ ਜਦੋਂ ਬੁਰਾਈਆਂ ਦਾ ਖੰਡਨ ਹੋਇਆ ਤਾਂ ਔਰਤਾਂ ਦੀ ਸਥਿਤੀ ਵਿੱਚ ਸੁਧਾਰ ਹੋਇਆ। ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਬਹੁਤ ਵੱਡਾ ਬਰਾਬਰੀ ਦਾ ਦਰਜਾ ਮਿਲ ਗਿਆ, ਉਹ ਤਾਂ ਅੱਜ ਤੱਕ ਵੀ ਨਹੀਂ ਮਿਲਿਆ, ਉਹ ਤਾਂ ਅੱਜ ਵੀ ਨਹੀਂ ਹੈਗਾ। ਨਾ ਹੀ ਉਹ ਸਰੀਰਕ ਰੂਪ 'ਚ ਹੈ, ਨਾ ਹੀ ਉਹ ਸਮਾਜਿਕ ਰੂਪ 'ਚ ਹੈ, ਨਾ ਹੀ ਉਹ ਵਿਵਹਾਰਿਕ ਰੂਪ 'ਚ ਹੈ, ਨਾ ਹੀ ਉਹ ਸਾਡੇ ਈਵਨ ਮਾਨਸਿਕ ਰੂਪ 'ਚ ਹੈ। ਹਾਂ, ਕਾਨੂੰਨਨ ਰੂਪ 'ਚ ਜ਼ਰੂਰ ਮਿਲ ਗਿਆ ਹੋਇਆ, ਕਾਨੂੰਨ ਬਰਾਬਰੀ ਜ਼ਰੂਰ ਦਿੰਦਾ, ਲੇਕਿਨ ਸਮਾਜ ਵਿੱਚ ਔਰ ਵਿਵਹਾਰ ਦੇ ਵਿੱਚ ਸਾਨੂੰ ਉਹ ਬਰਾਬਰੀ ਦੇਖਣ ਨੂੰ ਹਜੇ ਵੀ ਨਹੀਂ ਮਿਲਦੀ। ਪਰ ਫਰਕ ਕੀ ਪਿਆ ਕਿ ਕੁਰਤੀਆਂ ਦੂਰ ਹੋ ਗਈਆਂ। ਅੱਜ ਜੇ ਕੋਈ ਕੁੜੀ ਕਾਲਜ ਦੇ ਵਿੱਚ ਪੜ੍ਹਨ ਜਾਂਦੀ ਹੈ ਤਾਂ ਉਹਨੂੰ ਸਮਾਜ ਵਿੱਚ ਕੋਈ ਇਹ ਨਹੀਂ ਕਹਿੰਦਾ ਵੀ ਇਹ ਗੁਨਾਹ ਕਰ ਰਹੀ ਹੈ।
ਅੱਜ ਜੇ ਕੋਈ ਕੁੜੀ ਘਰੋਂ ਬਾਹਰ ਜਾ ਕੇ ਕੋਈ ਆਪਣੀ ਨੌਕਰੀ ਕਰਦੀ ਹੈ ਤਾਂ ਉਲਟਾ ਉਹਨੂੰ ਅੱਜ ਇੱਜ਼ਤ ਨਾਲ ਦੇਖਦੇ ਆ ਵੀ ਕੁੜੀ ਪੈਸੇ ਕਮਾਉਂਦੀ ਹੈ, ਆਪਣੇ ਪੈਰਾਂ 'ਤੇ ਖੜੀ ਹੈ, ਕਿਸੇ 'ਤੇ ਡਿਪੈਂਡ ਨਹੀਂ ਕਰਦੀ। ਪਰ ਪੁਰਾਣੇ ਸਮੇਂ 'ਚ ਤੁਸੀਂ ਪਰਦੇ 'ਚ ਰਹਿਣਾ ਹੈ, ਬਾਲ ਵਿਵਾਹ ਵੀ ਚੱਲਣਾ ਹੈ, ਵਿਧਵਾ ਵਿਵਾਹ ਦੇ ਉੱਤੇ ਵੀ ਪਾਬੰਦੀ ਹੈ, ਐਜੂਕੇਸ਼ਨ ਵੀ ਨਹੀਂ ਲੈ ਸਕਦੇ। ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਇਹਨਾਂ ਦੇ ਉੱਤੇ ਕਹਿ ਲਓ ਵੀ ਕਟਾਕਸ਼ ਹੋਏ, ਇਹਨਾਂ 'ਤੇ ਚੋਟ ਵੱਜੀ ਔਰ ਇਹਦੇ ਸੰਬੰਧ ਵਿੱਚ ਔਰਤ ਦੀ ਦਸ਼ਾ ਸੁਧਰਨੀ ਸਟਾਰਟ ਹੋਈ। ਇਹ ਭਗਤੀ ਅੰਦੋਲਨ ਦੀ ਇੱਕ ਅਚੀਵਮੈਂਟ ਅਸੀਂ ਇਸ ਨੂੰ ਕਹਿ ਸਕਦੇ ਹਾਂ। ਔਰ ਬਹੁਤ ਸਾਰਾ ਸਾਹਿਤ ਦੀ ਰਚਨਾ ਹੋਈ, ਜਿੰਨੇ ਭਗਤ ਹੋਏ ਨੇ, ਜਿੰਨੇ ਸੰਤ ਹੋਏ ਨੇ, ਸਾਰਿਆਂ ਦੀਆਂ ਬੇਟਾ ਬਾਣੀਆਂ ਨੇ, ਸਾਰਿਆਂ ਦੀਆਂ ਰਚਨਾਵਾਂ ਨੇ। ਉਹਦੇ ਨਾਲ ਸਾਨੂੰ ਇੱਕ ਬਹੁਤ ਵੱਡੀ ਮਾਤਰਾ ਵਿੱਚ ਧਾਰਮਿਕ ਪੁਸਤਕਾਂ ਹਿੰਦੁਸਤਾਨ ਨੂੰ ਮਿਲੀਆਂ। ਪੂਰੇ ਤੁਸੀਂ ਜੇ ਸਾਰਿਆਂ ਨੂੰ ਇਕੱਠਾ ਕਰ ਲਓ ਤਾਂ ਬੇਟਾ ਦੇਖੋ ਕਿੰਨਾ ਵੱਡਾ ਲਿਟਰੇਚਰ ਬਣ ਜਾਂਦਾ ਹੈ। ਸਾਰੀ ਉਮਰ ਬੰਦਾ ਨਹੀਂ ਪੜ੍ਹ ਸਕਦਾ। ਕਲਾ ਦਾ ਵਿਕਾਸ ਹੋਇਆ ਕਿਉਂਕਿ ਜਿੱਥੇ ਮੂਰਤੀਆਂ ਦੀ ਗੱਲ ਹੋਈ ਉੱਥੇ ਕ੍ਰਿਸ਼ਨ ਦੀਆਂ ਮੂਰਤੀਆਂ ਬਣੀਆਂ ਔਰ ਵੱਡੇ ਪੈਮਾਨੇ ਦੇ ਉੱਤੇ ਚੱਲੀਆਂ। ਇਸ ਤਰੀਕੇ ਦੇ ਨਾਲ ਬੇਟਾ ਅਸੀਂ ਦੇਖਦੇ ਹਾਂ ਇਸ ਧਾਰਮਿਕ ਅੰਦੋਲਨ ਦੇ ਜਿਹੜੇ ਭਗਤੀ ਅੰਦੋਲਨ ਦੇ ਜਿਹੜੇ ਪ੍ਰਭਾਵ ਨੇ ਉਹ ਸਾਨੂੰ ਬੜੇ ਥਾਵਾਂ ਦੇ ਉੱਤੇ ਦੇਖਣ ਨੂੰ ਮਿਲਦੇ ਨੇ। ਠੀਕ ਹੈ, ਤਾਂ ਇਸ ਤਰੀਕੇ ਦੇ ਨਾਲ ਅਸੀਂ ਇਸ ਭਗਤੀ ਅੰਦੋਲਨ ਨੂੰ ਬੇਟਾ ਇੱਥੇ ਖਤਮ ਕਰਾਂਗੇ ਔਰ ਉਸ ਤੋਂ ਬਾਅਦ ਅਸੀਂ ਇਹਦੇ ਨਾਲ ਹੀ ਇੱਕ ਜਿਹੜਾ ਟੌਪਿਕ ਹੈਗਾ ਉਹਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ। ਉਹ ਹੈ ਬੇਟਾ ਸੂਫੀਵਾਦ, ਸੂਫੀ ਮਤ। ਠੀਕ ਹੈ, ਹਾਲਾਂਕਿ ਉਹ ਭਗਤੀ ਮੂਵਮੈਂਟ ਨਾਲ ਜੁੜਦਾ ਹੈ ਲੇਕਿਨ ਕਿਉਂਕਿ ਸੂਫੀ ਮਤ ਬੇਸਿਕਲੀ ਇਸਲਾਮ 'ਚੋਂ ਨਿਕਲਦਾ ਹੈ, ਇਸ ਕਰਕੇ ਅਸੀਂ ਉਹਨੂੰ ਉਸ ਦ੍ਰਿਸ਼ਟੀਕੋਣ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਮੈਨੂੰ ਲੱਗਦਾ ਵੀ ਕਾफ़ੀ ਸਮਝ ਆ ਗਿਆ ਹੋਊਗਾ, ਹੈ ਨਾ।